ਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ। ਨਾਨਕ ਜੀ ਉਪਾਏ ਕੈ, ਲਿਖ ਨਾਵੈ ਧਰਮ ਬਹਾਲਿਆ। ਓਥੈ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜ ਮਾਲਿਆ। ਥਾਉ ਨ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ। ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀ ਵਾਰ ਆਸਾ ਕੀ ਵਾਰ ਦੀ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਆਸਾ ਦੀ ਵਾਰ ਦੀ ਦੂਸਰੀ ਪੌੜੀ ਹੈ। ਇਸ ਦੂਸਰੀ ਪੌੜੀ ਦੇ ਨਾਲ 3 ਸ਼ਲੋਕ ਆਏ ਸਨ, ਜਿਨ੍ਹਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 2 ਸ਼ਲੋਕ ਨੇ ਤੇ 1 ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਇਹਨਾਂ 3 ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਇਹਨਾਂ 3 ਸ਼ਲੋਕਾਂ ਦੇ ਵਿੱਚ ਇਹ ਗੱਲ ਸਮਝਾਈ ਗਈ। ਪਹਿਲੇ ਸ਼ਲੋਕ 'ਚ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹੇ ਪ੍ਰਭੂ, ਤੇਰੀ ਸਾਜੀ ਹੋਈ ਸ੍ਰਿਸ਼ਟੀ ਜਿਹੜੀ ਹੈ, ਖੰਡ ਬ੍ਰਹਿਮੰਡ ਨੇ ਜਿਹੜੇ, ਇਹ ਸਾਰੇ ਕੁਝ ਸੱਚੇ ਨੇ, ਤੈਨੂੰ ਜਪਣ ਵਾਲੇ ਵੀ ਸੱਚੇ ਨੇ। ਦੂਸਰੇ ਸ਼ਲੋਕ 'ਚ ਸਤਿਗੁਰਾਂ ਕਿਹਾ, ਦਾਤਾ ਜੀ ਤੇਰੀਆਂ ਬੇਅੰਤ ਵਡਿਆਈਆਂ ਨੇ। ਕੁਝ ਕੁ ਦਾ ਜ਼ਿਕਰ ਕਰਕੇ ਸਤਿਗੁਰੂ ਕਹਿਣ ਲੱਗੇ, ਅਸੀਂ ਪੂਰਨ ਤੌਰ 'ਤੇ ਇਹਨੂੰ ਬਿਆਨ ਨਹੀਂ ਕਰ ਸਕਦੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤੀਸਰੇ ਸ਼ਲੋਕ 'ਚ ਇਹ ਗੱਲ ਸਮਝਾਈ, ਕਹਿਣ ਲੱਗੇ, ਭਲਿਆ ਪਰਮਾਤਮਾ ਨੇ ਇਸ ਜਗਤ ਨੂੰ ਆਪਣੇ ਰਹਿਣ ਦਾ ਬਸੇਰਾ ਬਣਾਇਆ ਹੋਇਆ ਹੈ। ਜੇ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ, ਯਾਦ ਰੱਖਿਓ ਉਹਨੇ ਕਿਸੇ ਨਿਯਮ ਦੇ ਅਨੁਸਾਰ, ਕਿਸੇ ਹੁਕਮ ਦੀ ਡੋਰ ਦੇ ਵਿੱਚ ਬੰਨ੍ਹ ਕੇ ਇਹਨੂੰ ਚਲਾਉਣ ਦਾ ਯਤਨ ਪਿਆ ਕਰਦਾ ਹੈ। ਇਹ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਦੇ ਵਿੱਚ, ਉਹਦੇ ਭਾਣੇ ਦੇ ਅਨੁਸਾਰ ਹੋ ਕੇ ਚੱਲਦੀ ਹੈ। ਤੇ ਸਤਿਗੁਰਾਂ ਨੇ ਨਾਲ ਇਹ ਜ਼ਿਕਰ ਕਰ ਦਿੱਤਾ, ਜਿਹੜੇ ਮਨੁੱਖ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨਦੇ ਨੇ, ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਲੀਨਤਾ ਮਿਲ ਜਾਂਦੀ ਹੈ। ਜਿਹੜੇ ਮਨੁੱਖ ਭਾਣੇ ਤੋਂ ਆਕੀ ਹੋ ਜਾਂਦੇ ਨੇ, ਹੁਕਮ ਅਬਦੂਲੀ ਕਰਦੇ ਨੇ, ਉਹ ਫਿਰ ਜਨਮ ਮਰਨ ਦੇ ਚੱਕਰਾਂ 'ਚ ਪਏ ਰਹਿੰਦੇ ਨੇ। ਇਹ 3 ਸ਼ਲੋਕਾਂ ਦੀ ਵਿਚਾਰ ਕੀਤੀ ਆਪਾਂ। ਅੱਜ ਪੌੜੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪੌੜੀ ਦੇ ਵਿੱਚ ਦੇਖੋ 3 ਸ਼ਲੋਕਾਂ ਦੇ ਵਿੱਚ ਇਸ ਪੌੜੀ ਨੂੰ ਖੋਲ੍ਹਿਆ ਗਿਆ ਹੈ। ਮੈਂ ਆਰੰਭ 'ਚ ਕਿਹਾ ਸੀ ਕਿ ਪੌੜੀਆਂ ਵਾਰ ਦਾ ਮੂਲ ਰੂਪ ਨੇ, ਸ਼ਲੋਕ ਇਹਦੀ ਵਿਆਖਿਆ ਕਰਦੇ ਨੇ। ਹੁਣ ਜਿਹੜੀ ਪੌੜੀ ਹੈ ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਪਰਥਾਏ। ਪੌੜੀ ਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਕਿ ਪਰਮਾਤਮਾ ਨੇ ਆਪਣੇ ਹੁਕਮ ਅਨੁਸਾਰ ਜੇ ਸ੍ਰਿਸ਼ਟੀ ਸਾਜੀ ਹੈ ਨਾ, ਜੇ ਪਰਮਾਤਮਾ ਦੇ ਭਾਣੇ ਦੇ ਵਿੱਚ ਇੱਥੇ ਜਿਹੜੇ ਜੀਵ ਜੰਤੂ ਤੁਰੇ ਫਿਰਦੇ ਨੇ, ਜੇ ਉਹਨੇ ਪੈਦਾ ਕੀਤੇ ਨੇ, ਤੇ ਸਤਿਗੁਰਾਂ ਨੇ ਕਿਹਾ ਕਿ ਨਾਲ ਹੀ ਪਰਮਾਤਮਾ ਨੇ ਇਹਨਾਂ ਜੀਵਾਂ ਦੇ ਕਰਮਾਂ ਨੂੰ ਲਿਖਣ ਵਾਸਤੇ ਇੱਕ ਧਰਮ ਰਾਜ ਜਿਹੜਾ ਹੈ ਉਹ ਮੁਕਰਰ ਕੀਤਾ ਹੋਇਆ ਹੈ। ਜਿਹੜਾ ਮਨੁੱਖ ਦਾ ਕਰਮਾਂ ਦਾ ਹਿਸਾਬ ਕਿਤਾਬ ਕਰਦਾ ਹੈ, ਜਿਹੜਾ ਮਨੁੱਖ ਸਤਿਗੁਰੂ ਕਹਿਣਗੇ ਸ਼ੁਭ ਕਰਮ ਕਰਦਾ ਹੈ, ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਜਿਹੜੇ ਕਰਮ ਮਾੜੇ ਹੁੰਦੇ ਨੇ, ਜਿਹੜਾ ਮਨੁੱਖ ਕੁਕਰਮੀ ਹੈ, ਕਹਿਣ ਲੱਗੇ ਉਹਨਾਂ ਨੂੰ ਇੱਕ ਪਾਸੇ ਵੱਖਰਾ ਕੱਢ ਕੇ ਤੇ ਆਵਾਗਾਉਣ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਇਹ ਅੱਜ ਦੇ ਪਾਵਨ ਸ਼ਬਦ ਦਾ ਪੌੜੀ ਦਾ ਅੰਤਰੀ ਭਾਵ ਹੈ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪੌੜੀ ਇੱਥੇ मैं एक बेनती कर देवां, कई बारी असीं पौड़ी का शब्द उचारण ना पौड़ी कर देने हैं। याद रखियो इन पौड़ी नहीं पढ़ना, पौड़ी है। पप्पे पप्पा तो ऊड़े नूं औंकड़
ਅੜਾੜੇ ਨੂੰ ਬਿਹਾਰੀ ਹੈ। ਇਹ ਕਈ ਵਾਰੀ ਆਦਤ ਪਈ ਹੁੰਦੀ ਹੈ ਸਾਨੂੰ ਪੌੜੀ ਕਹਿਣ ਦੀ, ਜਿਵੇਂ ਘਰਾਂ 'ਚ ਵੀ ਅਸੀਂ ਕਈ ਸਾਡੇ ਉਚਾਰਨ ਨੇ ਇਹ ਜਿਹੜੇ ਅਸੀਂ ਇਹ ਹੋੜੇ ਅਤੇ ਕਨੌੜੇ ਦਾ ਫਰਕ ਨਹੀਂ ਸਮਝਦੇ। ਜਿਵੇਂ ਸ਼ਬਦ ਹੁੰਦਾ ਕੌਲੀ, ਆਮ ਵਰਤ ਦਿੱਤਾ ਜਾਂਦਾ ਸ਼ਹਿਰਾਂ ਦੇ ਵਿੱਚ ਕੋਲੀ, ਸ਼ਬਦ ਹੈ ਚੌਰ, ਕਹਿ ਦਿੱਤਾ ਜਾਂਦਾ ਚੋਰ। ਇਹ ਫਰਕ ਪੈ ਗਿਆ ਨਾ। ਜਿਵੇਂ ਗੁਰੂ ਸਾਹਿਬ ਤੇ ਚੌਰ ਸਾਹਿਬ ਹੋ ਰਿਹਾ, ਇਹ ਚੌਰ ਹੈ। ਸਾਡੇ ਘਰਾਂ 'ਚ ਕੌਲੀਆਂ ਨੇ। ਇਸੇ ਤਰੀਕੇ ਦੇ ਨਾਲ ਕੋਠੇ ਤੇ ਚੜ੍ਹਨ ਵਾਸਤੇ ਵੀ ਪੌੜੀ ਹੁੰਦੀ ਹੈ। ਪਰ ਅੱਜ ਸਾਡੀ ਭਾਸ਼ਾ ਹੀ ਇੰਨੀ ਕੁ ਮਿਕਸ ਹੋ ਗਈ, ਸਾਨੂੰ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਨੂੰ ਕੀ ਬੋਲਣਾ। ਪੌੜੀ ਪੌੜੀ ਕਹੀ ਜਾਂਦੇ ਆ, ਇਹਦਾ ਉਚਾਰਨ ਕਰਨਾ ਹੈ ਪੌੜੀ। ਇਹ ਬਕਾਇਦਾ ਸਤਿਗੁਰਾਂ ਨੇ ਊੜਾ ਪੂਰਾ ਦੇ ਕੇ ਨਾਲ ਔਂਕੜ ਲਾਇਆ, ਮੂੰਹ ਖੋਲ ਕੇ ਇਹਦਾ ਉਚਾਰਨ ਹੋਏਗਾ ਪੌੜੀ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਨਾਨਕ ਜੀ ਉਪਾਏ ਕਹਿ। ਇਹਦਾ ਪਾਠ ਕੇ ਨਹੀਂ ਕਰਨਾ, ਕਹਿ ਹੈ, ਕੱਕੇ ਨੂੰ ਦੁਲਾਵਾਂ ਲੱਗੀਆਂ ਹੋਈਆਂ ਨੇ। ਜੀ ਜੱਜੇ ਨੂੰ ਬਿਹਾਰੀ ਤੇ ਪਲੱਸ ਐੜਾ ਲੱਗਾ ਹੋਇਆ, ਇਹਦਾ ਅਰਥ ਕਰਾਂਗੇ ਜੀਵ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਕਹਿਣ ਲੱਗੇ ਭਲਿਆ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕਰਕੇ ਲਿਖ ਨਾਵੇਂ ਧਰਮ ਬਹਾਲਿਆ। ਨਾਵੇਂ ਦਾ ਅਰਥ ਕਰਾਂਗੇ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ। ਧਰਮ ਦਾ ਅਰਥ ਕਰਾਂਗੇ ਧਰਮ ਰਾਜ। ਬਹਾਲਿਆ ਦਾ ਅਰਥ ਕਰਾਂਗੇ ਮੁਕਰਰ ਕੀਤਾ ਹੋਇਆ ਹੈ। ਇਸ ਪਾਵਨ ਪੰਕਤੀ ਦੇ ਅਰਥ ਇਹ ਹੋ ਗਏ ਕਿ ਪਰਮਾਤਮਾ ਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਜੀਵ ਜਦੋਂ ਵੀ ਕਰਮ ਕਰਦੇ ਨੇ ਉਹਨਾਂ ਕਰਮਾਂ ਦਾ ਚੰਗਾ ਜਾਂ ਮਾੜਾ ਲੇਖਾ ਜੋਖਾ ਕਰਨ ਵਾਸਤੇ ਜਿਹੜਾ ਹੈ ਉਹਨਾਂ ਨੂੰ ਫਲ ਜਾਂ ਸਜ਼ਾ ਦੇਣ ਵਾਸਤੇ ਪਰਮਾਤਮਾ ਨੇ ਧਰਮ ਰਾਜ ਮੁਕਰਰ ਕੀਤਾ ਹੋਇਆ ਹੈ। ਇਹ ਪਹਿਲੀ ਪੌੜੀ ਦੀ ਵਿਚਾਰ। ਇਹਦੇ ਵਿੱਚ ਦੋ ਵਿਸ਼ੇ ਬਿਲਕੁਲ ਸਪਸ਼ਟ ਹੋ ਜਾਂਦੇ ਨੇ। ਪਹਿਲੀ ਬੇਨਤੀ, ਜਿਹੜੇ ਅੱਜ ਤੱਕ ਹਿੰਦੂ ਮੈਥੋਲੋਜੀ ਜਾਂ ਹਿੰਦੂ ਧਰਮ ਦੀ ਸੰਸਕ੍ਰਿਤੀ ਇਹ ਗੱਲ ਕਹਿੰਦੀ ਹੈ ਕਿ ਸ੍ਰਿਸ਼ਟੀ ਨੂੰ ਸਾਜਣ ਵਾਲਾ ਬ੍ਰਹਮਾ ਜੀ ਨੇ। ਚਲੋ ਠੀਕ ਹੈ, ਉਹ ਉਹਨਾਂ ਦਾ ਮਤ, ਅਸੀਂ ਇਸ ਵਿਸ਼ੇ 'ਚ ਨਹੀਂ ਪੈਂਦੇ ਕਿਉਂਕਿ ਉਹ ਓਮ ਦੇ ਵੀ ਅਰਥ ਇਹੀਓ ਕਰਦੇ ਨੇ ਨਾ। ਉਹ ਆ ਮਾਂ, ਊੜਾ ਐੜਾ ਤੇ ਮੰਮਾ। ਉਹ ਕਹਿੰਦੇ ਨੇ ਕਿ ਬਣਾਉਣ ਵਾਲਾ ਬ੍ਰਹਮਾ ਹੈ, ਪਾਲਣ ਵਾਲਾ ਜਿਹੜਾ ਵਿਸ਼ਨੂੰ ਹੈ ਤੇ ਖਤਮ ਕਰਨ ਵਾਲਾ ਸ਼ਿਵ ਜੀ ਹੈ। ਇਹ ਹਿੰਦੂ ਮਤ ਦੇ ਜਿਹੜੇ ਨੇ ਇਹ ਤਿੰਨ ਉਹਨਾਂ ਦੇ ਦੇਵਤੇ ਬਣਾਏ ਹੋਏ ਨੇ। ਪਰ ਜਿਸ ਦਿਨ ਇੱਕ ਓਅੰਕਾਰ ਦੀ ਵਿਚਾਰ ਆਈ ਸੀ, ਮੈਂ ਉਸ ਦਿਨ ਆਰੰਭ 'ਚ ਕਿਹਾ ਸੀ ਗੁਰਮੁਖੋ ਓਮ ਜਾਂ ਓਅੰਕਾਰ ਜਿਹੜਾ ਬ੍ਰਹਮ ਸੂਚਕ ਹੈ, ਇਹ ਸ਼ਬਦ ਪਰਮਾਤਮਾ ਦੇ ਲਈ ਵਰਤਿਆ ਗਿਆ। ਤੇ ਗੁਰੂ ਨਾਨਕ ਸਾਹਿਬ ਨੇ ਏਕਾ ਲਾ ਕੇ ਅੱਗੇ ਇਹ ਗੱਲ ਸਪਸ਼ਟ ਕਰ ਦਿੱਤੀ ਸੀ, ਜਿਹੜਾ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ, ਉਹਦੇ ਤੁਸੀਂ ਹਿੱਸੇ ਨਹੀਂ ਕਰ ਸਕਦੇ, ਉਹਨੂੰ ਵੰਡਿਆ ਨਹੀਂ ਜਾ ਸਕਦਾ। ਹੁਣ ਫਿਰ ਦੂਸਰਾ ਸਵਾਲ ਪੈਦਾ ਹੁੰਦਾ ਹੈ ਇਹ ਕਿ ਅੱਜ ਤੱਕ ਇਹ ਪੜ੍ਹਿਆ ਜਾਂਦਾ ਕਿ ਬ੍ਰਹਮਾ ਜੀ ਪੈਦਾ ਕਰਨ ਵਾਲੇ ਨੇ। ਮੈਂ ਦੋ ਇਹਦੇ ਪਰਥਾਏ ਤੁਹਾਡੇ ਨਾਲ ਫਰਮਾਨ ਸਾਂਝੇ ਕਰ ਦੇਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਇੱਕ ਤੇ ਚਲੋ ਅਸੀਂ ਜਪਜੀ ਸਾਹਿਬ ਦੇ ਵਿੱਚ ਇਹ ਪੜ੍ਹਦੇ ਹਾਂ ਕਿ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਉਹਨੂੰ ਇੱਕ ਪਾਲਣ ਵਾਲਾ, ਇੱਕ ਖਤਮ ਕਰਨ ਵਾਲਾ, ਇੱਕ ਜਿਹੜਾ ਹੈ ਪੈਦਾ ਕਰਨ ਵਾਲਾ ਹੈ। ਕਹਿ ਲਗੇ ਜਿਵ ਤੇ ਸੁਭਾਵ ਹੈ। ਸਤਿਗੁਰੂ ਕਹਿੰਦੇ ਤੁਸੀਂ ਕਹਿ ਰਹੇ ਜੇ ਇਹ ਤਿੰਨ ਦੇਵਤੇ ਪ੍ਰਮਾਤਮਾ ਨੇ ਬਣਾਏ ਹੋਏ ਨੇ, ਇਹ ਤਿੰਨ ਦੇਵਤੇ ਜਗਤ ਨੂੰ ਜਿਹੜੇ ਉਹ ਚਲਾ ਰਹੇ ਨੇ। ਪਰ ਸਤਿਗੁਰੂ ਕਹਿ ਲਗੇ ਵੇਖਿਓ ਇਹਨਾਂ ਦੇ ਮਗਰ ਇੱਕ ਹੋਰ ਸ਼ਕਤੀ ਕੰਮ ਕਰਦੀ ਪਈ ਜਿਹੜੀ ਇਹਨਾਂ ਤਿੰਨਾਂ ਨੂੰ ਚਲਾ ਰਹੀ ਹੈ। ਜਿਵ ਤੇ ਸੁਭਾਵ ਹੈ, ਜਿਵੇਂ ਪ੍ਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਚਲਾਵੈ। ਕਹਿੰਦੇ ਜਿਵੇਂ ਪ੍ਰਮਾਤਮਾ ਨੂੰ ਭਾਉਂਦਾ ਪ੍ਰਮਾਤਮਾ ਇਹਨਾਂ ਨੂੰ ਆਰਡਰ ਦਿੰਦਾ, ਇਹ ਗਾਂ ਉੱਦਾਂ ਹੀ ਚੱਲਦੇ ਨੇ। ਜਿਵ ਤੇ ਸੁਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਪਰਮਾਤਮਾ ਸਾਰਿਆਂ ਨੂੰ ਦੇਖਦਾ ਪਿਆ, ਇਹ ਦੇਵਤਿਆਂ ਨੂੰ, ਸ੍ਰਿਸ਼ਟੀ ਸਾਰਿਆਂ ਨੂੰ ਦੇਖਦਾ ਪਿਆ। ਉਹ ਦੇਖੈ ਉਹਨਾਂ ਨਜ਼ਰ ਨਾ ਆਵੇ, ਪਰ ਇਹਨਾਂ ਨੂੰ ਉਹ ਪ੍ਰਮਾਤਮਾ ਨਜ਼ਰ ਨਹੀਂ ਆ ਰਿਹਾ, ਖੁਦ ਖੁਦਾ ਬਣ ਕੇ ਬੈਠ ਗਏ। ਉਹ ਦੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ ਹੈਰਾਨੀ ਕਰਨ ਵਾਲੀ ਗੱਲ ਹੈ। ਸਤਿਗੁਰੂ ਕਹਿ ਲਗੇ ਜੇ ਨਮਸਕਾਰ ਕਰਨੀ ਹੈ ਕਿਸੇ ਦੇਵੀ ਨੂੰ, ਕਿਸੇ ਦੇਵਤੇ ਨੂੰ ਨਹੀਂ, ਜੇ ਨਮਸਕਾਰ ਕਰਨੀ ਹੈ ਤੇ ਪ੍ਰਮਾਤਮਾ ਨੂੰ ਕਰੋ। ਆਦੇਸ ਤਿਸੈ ਆਦੇਸ, ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਜਿਹੜਾ ਹਰ ਸਮੇਂ ਦੇ ਵਿੱਚ ਇੱਕੋ ਰੂਪ ਦੇ ਵਿੱਚ ਰਹਿੰਦਾ ਹੈ। ਪਹਿਲੀ ਮੈਂ ਬੇਨਤੀ ਕੀਤੀ ਕਿ ਪ੍ਰਮਾਤਮਾ ਜੇ ਇਹ ਮੰਨ ਵੀ ਲਿਆ ਜਾਵੇ, ਵੈਸੇ ਗੁਰਮਤ ਇਹਨਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੀ ਕਿ ਪੈਦਾ ਕਰਨ ਵਾਲਾ ਬ੍ਰਹਮਾ ਹੈ। ਪਰ ਜੇ ਇੱਕ ਵਿਚਾਰ ਲੈ ਕੇ ਚੱਲੇ ਕਿ ਜੇ ਬ੍ਰਹਮਾ ਪੈਦਾ ਵੀ ਕੀਤਾ ਹੈ ਤੇ ਸਤਿਗੁਰੂ ਕਹਿ ਲਗੇ ਬ੍ਰਹਮਾ ਨੂੰ ਵੀ ਚਲਾਉਣ ਵਾਲਾ ਕੋਈ ਨਾ ਕੋਈ ਹੈ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਸੀਂ ਹੋਰ ਬਚਨ ਪੜ੍ਹਦੇ ਹਾਂ ਜੀ, ਦੱਖਣੀ ਓਅੰਕਾਰ ਦੇ ਵਿੱਚ ਬਾਣੀ ਦਾ ਨਾਮ ਹੈ ਓਅੰਕਾਰ। ਦੱਖਣ ਭਾਸ਼ਾ ਦੇ ਉਹਦੇ ਵਿੱਚ ਇਹ ਸ਼ਬਦ ਵਰਤੇ ਗਏ ਨੇ, ਇਸ ਕਰਕੇ ਉਹਨੂੰ ਦੱਖਣੀ ਕਿਹਾ ਜਾਂਦਾ ਹੈ। ਰਾਮਕਲੀ ਰਾਗ ਦੇ ਅੰਦਰ ਉਹਦੇ ਵਿੱਚ ਆਰੰਭਤਾ 'ਚ ਸਤਿਗੁਰਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ। ਕਹਿਣ ਲੱਗੇ ਤੁਸੀਂ ਕਹਿੰਦੇ ਨੇ ਜਗਤ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਹੈ, ਪਰ ਯਾਦ ਰੱਖਿਓ ਜਿਸ ਓਅੰਕਾਰ ਦੀ ਗੱਲ ਮੈਂ ਪਿਆ ਕਰਦਾ ਹਾਂ ਉਹ ਓਅੰਕਾਰ ਬ੍ਰਹਮਾ ਨੂੰ ਵੀ ਪੈਦਾ ਕਰਨ ਵਾਲਾ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ
वेद निर्मय। ये मैं अर्थ कर देना, कह लगे ओंकार ब्रह्मा, ये स्पष्ट होके ओंकार का अर्थ करांगे परमात्मा, ब्रह्मा का अर्थ करांगे ब्रह्मा जी जिहड़ा ये देवता मानते ने। ओंकार ब्रह्मा उत्पत्त, उत्पत्त का अर्थ है पैदा करने वाला। सतगुरु कह लगे जिन्हों तुसी ब्रह्मा नूं कहिंदे जे, सारी सृष्टि नूं पैदा करने वाला है। याद रखियो वो ब्रह्मा भी परमात्मा का ही पैदा किया होया है। ओंकार ब्रह्मा उत्पत्त, ओंकार किया जिन ते जिन्हें चित्त दे विच वसाया, कौन? ब्रह्मा ने। ब्रह्मा ने भी परमात्मा नूं ही वसाया है। ओंकार सैल जुग भये, कह लगे परमात्मा ने सैल का अर्थ करांगे पहाड़, भाव अर्थ करांगे बेअंत, कह लगे परमात्मा ने बेअंत तरह की सृष्टि दे विच जीव पैदा करके कई युग साज दिते। ओंकार वेद निर्मय, कह लगे वेदां दा भी जिहड़ा आसरा है, जे वेदां नूं साजण वाला तो वह एक परमात्मा अकाल पुरख वाहिगुरू है। सो मेरे कहण दा भाव ये कि जो गुरु ग्रंथ साहिब जी की असी बाणी पढ़ांगे ना, तो सतगुरां दी अमृत बाणी कहिंदी है कि भलिया सृष्टि नूं पैदा करन वाला जिहड़ा है बहालिया, कह लगे उन्हां दे फिर कर्मां दा हिसाब किताब करन वास्ते धर्मराज नूं मुकर्रर कीता होया है। पहली तो चलो एक गल स्पष्ट हो गई कि सृष्टि नूं पैदा करन वाला गुरमत जिहड़ी वो परमात्मा नूं प्रवान करदी है। मैं पहलां कहा सी कोई इज़म कोई धर्म किसी नूं किवें प्रवान करदा है, साडा उहदे नाल कोई संबंध नहीं, पर गुरमत इस फलसफे नूं बिल्कुल प्रवान नहीं करती कि ब्रह्मा पैदा करदा है। गुरमत कहिंदी इत्थे ही सतगुरां ये स्पष्ट कर दिता, जी उपायक है, जीवां नूं परमात्मा ने पैदा किया। लिख नावें, नावें का अर्थ किया नाम लिखण वास्ते, भाव अर्थ करांगे कर्मां दा लेखा जोखा करन वास्ते। लिख नावें धर्म बहालिया, बहालिया का अर्थ किया मैं मुकर्रर, धर्म का अर्थ करांगे धर्मराज। हुण इत्थे कई बारी ये गल कह दी जाती है कि धर्मराज कोई नहीं हैगा। जदों मनुख, याद रखियो, पाप की आड़ दे विच हुंदा है ना, एक बार मनुख पाप करेगा उहदा दिल डरदा है, दूजी वारी करेगा तो वह 50% डर लथ जाता है। मैनूं पहलां कुछ नहीं होया तो हुण की होएगा, 50% डरदा है अजे भी। जो लगातार पाप दे पाप करता जाएगा, एक दिन समा इहो जिहा आ जाएगा, उन्होंने पाप भी पुण्य लगन लगेगा, उन्होंने इदां दा महसूस होवेगा नहीं कि मैं पाप कर रहा कि पुण्य कर रहा। जीवन जिहड़ा है, मैं अक्सर उदाहरण देना होया, साडा जामा च सफेद कपड़े ने, तुसीं नवें घरों पा के निकलो, थोड़ा जिहा घट्टा पवे तो दूरों झाकेगा, उन्होंने तुसीं जाके झाड़ोगे धोवोगे। पर एक दिन लगातार इनू महीना पाओ, ये तंदी मैल पै गई, हुण असीं रंग इहदा एक्सैप्ट कर लिया कि मैल खोरा हो चुका है, पर इहदे विच इन्नी क मैल जम चुकी, मनुख ने इहदा रंग ही ये प्रमाण कर लिया, कोई गल इहदा रंग ही इदां दा हो गया। हुण जिहड़ा मनुख ते धर्म की दुनिया दे विच धर्म की आड़ लैके पाप करदा है ना, माफ़ करना, वो तो ये गल कह दिंदा, मैं पिछले दिन भी अर्ज की सी, अखान पाया जाता है कि यह जग मिठा अगला किने डिठा। ये गल कह दी जाती है, नहीं जी लेखा जोखा नहीं होना, सारा कुछ इत्थे है। जे सारा कुछ इत्थे है तो गुरबाणी दे विच कई थावां ते इहां उहां इत्थे उत्थे दा जिक्र आया, फिर इन्हां शब्दां दा तुसीं की अर्थ करोगे? आपां एक दो उदाहरणां लै लैने, एक श्लोक चलो रोजाना संगत पढ़िया जाता है। भाई साहब भी समाप्ति उत्ते पढ़ गए कि जिन्नी नाम ध्याया गए मशक्कत काल। इहदे विच असीं की पढ़दे हां? मैं श्लोक पढ़ देना, चलो। पवन गुरु पानी पिता माता धरत महत दिवस रात दोए दाई दाया खेलै सगल जगत। अगे की है? चंगियाइयां बुरियाइयां। अगे शब्द की आउंदा है? वाचै धर्म की कचहरी दे विच वाची है, धर्मराज बैठा होया है, उहदी कचहरी दे विच वो इंसाफ किया जाएगा। हाँ, कुछ विद्वान ये भी गल मानते हैं, कई ने यह भी धर्म के या धर्मराज के ये अर्थ किए, धर्म का अर्थ कानून भी किया है, धर्म का अर्थ कानून भी हुंदा है, धर्म का अर्थ रस्ता भी हुंदा है, ठीक है। पर याद रखियो, जे कानून भी तुसीं ला लो, कानून भी तो फैसला ही करता है ना। असी इस गल नूं मैं परवाह नहीं करता कि कोई वक्री शक्ल का बना के बैठा हो, कोई स्कैच बनाया, पर एक वो परमात्मा ने जगह वो थां मुकर्रर की हुई है जिथे जीवां का लेखा जोखा किया जाना है। जे तुसीं इहनूं खंडन करोगे, मैनूं माफ़ करना, तुसीं गुरबाणी के 5 खंडां दी विचार नहीं कर सकोगे। फिर सचखंड वसै निरंकार दे की अर्थ करोगे? जे सारा कुछ इत्थे है, फिर सचखंड दे विच असीं अर्थ करनों सानूं बहुत मुश्किल हो जाएगी, कई अपलियां टपलियां मारनियां पैणगियां। सो मैं श्लोक पढ़ रहा सा, कह लगे कि चंगियाइयां बुरियाइयां, अगे शब्द वाचै धर्म हदूर, उहदी दरगाह दे विच उहदी कचहरी दे विच ये चंगे ते माड़े जिहड़े कर्म वाचे जांदे ने। एक गुरु ग्रंथ साहिब का होर बचन पढ़ देवां। सतगुरु गुरु ग्रंथ साहिब दे विच अमृत बचन आउंदा है, कह लगे धर्म राय है हर का किया
हर जन सेवक निकट ना आवे। कहते धर्म राज परमात्मा का पैदा किया होया है। परमात्मा ने धर्म राज नूं मुकर्रर करके साडा लेखा का हिसाब किताब करने वास्ते लाया है। पर जिहड़ा मनुख रब का प्यारा बन जाता है, जिहड़ा मनुख परमात्मा के नाम जपदा है, बाणी पढ़दा है, सतगुरां दी बाणी कहंदी उहदे उत्ते धर्म राज की चलदी कोई नहीं। हुण इहनूं थोड़ा जिहा समझण वास्ते मैं पिछले समय एक उदाहरण दित्ती सी। काफ़ी समा पहले अमृतसर दे विच असीं रह रहे हैं। इत्थे साडे कोल जेल नहीं हैगी है ना, जेल प्रतापपुर जेल बनी हुण नवीं। इत्थे कोर्ट ने, कचहरियां ने, थाने ने, चौंकियां ने, किन्ने थावां ते ये सारा कुछ सिस्टम कानून का बनाया होया है। असीं आज़ाद देश च रह रहे हैं। इनू ध्यान नाल बेनती नूं सुणिओ। देश आज़ाद है, मैं आज़ादी दे नाल रह रहा, पर फिर भी मैनूं कुछ रूल है जिन्हां नूं फॉलो करना पवेगा। मैं अपनी मर्जी दे नाल सड़क ते चल रहा, पर फिर भी हिंदुस्तान का एक कानून है कि तू खब्बे पासे जाना है। जां ते मैं आज़ाद देश च रहा ना, पर कानून कह रहा तू आ इहदी उलंघना नहीं कर सकता, रौंग साइड आएगा तेरा चलान है तो मैं आज़ाद देश च जा रहा। रैड लाइट आए जाएगी, कानून कहता तेन उत्थे रुकना ही पवेगा। जिथे तू रैड लाइट क्रॉस करदा तेन उत्थे जुर्माना देना पवेगा, तेरे को हिसाब किताब मंगिया जाएगा। गड्डी तेरी खरीदी हुई है, आ टू व्हीलर मोटरसाइकिल साढ़े खरीदे ने, मेरे ने, पर इत्थे मैं तीसरा बंदा नहीं बिठा सकता। कानून कहता ये दो जाणियां वास्ते बनया, इत्थे तीसरा फिट नहीं हो सकता। आज़ाद दे विच ही है ना सारा कुछ। परमात्मा ने इस सृष्टि गुरमुखों साजी है। असीं कर्म करन दे विच सुतंत्र हाँ, जिद्दां दे मर्जी कर्म करो। तुसीं चंगे कर्म करो, तुसीं मंदे कर्म करो। हाँ, चंगे कर्म करोगे तुहानूं शाबाशी मिलेगी, मंदे कर्म करोगे उहदा फल भुगतना ही पैना है। मैं जिवें हुणे उदाहरण दित्ती कोर्ट कचहरियां च कौन फिरदा है? कईयां दे प्रतापपुर दे विच घर ने लोकां दे, कईयां जेलां दे लागे घर होणगे, कईयां दे थाणिਆਂ दे लागे रैश होवेगी। जिहड़ा मनुख अपराधी है, थाणे कचहरियां उन्हां वास्ते बने ने। जिहड़ा मनुख जिंदगी दे विच कदी अपराध नहीं करदा, कदी कोई गलत काम नहीं करदा, वो ये गल कह देवे मैं थाणिਆਂ नूं कोर्ट कचहरियां नूं नहीं मनदा, प्रवान है, पता उहदा जिंदगी दे विच वाह ही कदी नहीं पैना। पर एक अपराधी आखे मैं थाणिਆਂ नूं कचहरियां नूं नहीं मनदा, अपराधी ना मने फिर भी उन्होंने पुलिस धू के खड़दी है, उन्होंने कीते हुए कर्मां दी सज़ा मिलती है। जे कोई गुरमुख प्यारा रब दा नाम जपण वाला कहे मैं धर्मराज नूं नहीं मनदा, प्रवान है, उहदे वास्ते धर्मराज बिल्कुल नहीं। पर जिहड़ा मनुख पापी है, जिहड़ा गुनाहगार है, उन्होंने याद रखियो सतगुरु कह लगे परमात्मा की दरगाह दे विच अपने कीते हुए कर्मां दा लेखा जोखा देना पवेगा। ये धर्म की विचार है। मैं वो बचन तुहाडे नाल साझा कर रहा सा। कह लगे धर्म राय है हर का किया, हर जन सेवक नेड़ न आवे, जो हर का प्यारा सो सबना का प्यारा। होर केती झक झक होर केती झक झक आवे जाए। कह लगे बथेरी सृष्टि जमदी है, बथेरी मरदी है, जिहड़ा रब दा प्यारा गुरमुख जाने उहदे वास्ते धर्मराज कुछ नहीं। ये मैं तां स्पष्ट कर दिता। कई बारी साडे ये गल कह दी जाती है कि देखो धर्मराज नाल दी कोई चीज़ नहीं हैगी। मैं बेनती करा गुरु ग्रंथ साहिब की बाणी के लिए धर्मराज है, पर मैं हुणे ये तुहाडे नाल साझा कीता किन्ना वास्ते है तो किन्ना वास्ते नहीं। मैं पाप करांगा, अपराध करांगा, मैनूं लेखा देना पवेगा। क्योंकि आपां परसों भी ये विचार कीती सी कि वड्डी वडियाई ਜਾਂ सच न्याय ਉਹਦਾ ਨਿਆਂ ਹੋਵੇਗਾ। इंसाफ ਜਿਹੜਾ ਉਹ कचहरी ਦੇ ਵਿੱਚ ਹੀ ਹੁੰਦਾ ਹੈ। ਉਹਦੀ कचहरी ਦੇ ਵਿੱਚ ਸਾਨੂੰ ਆਪਣੇ ਕਰਮਾਂ ਦਾ ਲੇਖਾ ਜੋਖਾ ਦੇਣਾ ਪਵੇਗਾ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨਾਨਕ जी उपाय कै परमात्मा ने जीवां नूं पैदा कीता। ਇਹਦੇ ਨਾਲ मैं एक होर ऐड कर देवां, ਜਦੋਂ जीव पैदा हो गए, जीव फिर कर्म करन दे विच सुतंत्र ने, अपनी मर्जी दे नाल कर्म करते हैं। कोई परमात्मा का नाम जपदा, ये भी विचार श्लोक च सतगुरां ने ये गल खोल दी कि कोई मनुख रब दे नाल जुड़िया होए, एक ना भाने कढ़ लए, एक ना माया विच निवास। कोई जीव पैदा होकर रब की बंदगी पिया करता है, कोई जीव पैदा हो गए सृष्टि के उत्ते पाप पिया करता है। हुण परमात्मा ने पैदा कीते जीव अपनी मर्जी दे नाल कर्म पिया करता है। कर्म तो सतगुरु कह लगे तेरा लेखा जोखा करने वास्ते लिख नावै धर्म बहालिया। परमात्मा ने धर्मराज नूं मुकर कर दिता। परमात्मा ने धर्मराज जिहड़ा ये मुकर्रर कर दिता, बिठा दिता कि जो भी जीव हिसाब किताब है इहदा इहदे कर्मां दा है वो तू क्लीयर करके सामने इहदे रख दवीं। कह लगे उत्थे हुण जिहड़े कहिंदे धर्मराज नहीं हैगा, फिर उत्थे दे अर्थ की करोगे? जे सारा कुछ इत्थे ही है फिर उत्थे दे अर्थ की करांगे? फिर तो सतगुरां शब्द इहां लिख देंदे, इत्थे लिख देंदे ना भी इत्थे हिसाब किताब हो जाएगा। नहीं, मेरी मन ये गल मेरा कहिंदा कि सतगुरु कहंदे ने कि नहीं वो कचहरी है धर्मराज जी जिथे तेरा लेखा जोखा होगा, उत्थे सच्चे
ਹੀ ਸੱਚ ਨਿਬੜੈ। ਕਹਿਣ ਲੱਗੇ ਭਲਿਆ ਉੱਥੇ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਸੱਚੇ ਹੀ ਮਨੁੱਖ ਇੱਕ ਪਾਸੇ ਲੱਗਦੇ ਨੇ, ਉਹਨਾਂ ਦਾ ਹਿਸਾਬ ਕਿਤਾਬ ਲੇਖਾ ਜੋਖਾ ਨਿਬੜ ਜਾਂਦਾ। ਕਿੰਨਾ ਦਾ ਨਿਬੜਦਾ ਹੈ? ਕਹਿਣ ਲੱਗੇ ਅਬ ਧਰਮ ਰਾਏ ਕਹਾਂ ਕਰੇਗੋ ਜੋ ਸਗਲਿਓ ਫਾਟਿਓ ਸਗਲ ਫਾਟਿਓ ਲੇਖਾ। ਹੁਣ ਤੇ ਧਰਮ ਰਾਜ ਵੀ ਕੁਛ ਨਹੀਂ ਕਹਿ ਸਕਦਾ। ਜਦੋਂ ਪ੍ਰਮਾਤਮਾ ਨੇ ਧਰਮ ਰਾਜ ਨੇ ਉਹਦੇ ਕਾਗਜ਼ੀ ਪਾੜ ਕੇ ਪਰੇ ਸੁੱਟ ਦਿੱਤੇ, ਉਹਦਾ ਲੇਖਾ ਜੋਖਾ ਕੀ ਹੋਵੇਗਾ। ਸਤਿਗੁਰੂ ਕਹਿ ਲਗੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਜਜਮਾਲਿਆ ਦਾ ਅਰਥ ਕਰਾਂਗੇ ਪਾਪੀ ਲੋਕ, ਜਿਹੜੇ ਟੈਕਸ ਭਰਦੇ ਨੇ, ਜਿਹੜੇ ਜਮਾਂ ਦੇ ਅਧੀਨ ਹੁੰਦੇ ਨੇ। ਸਤਿਗੁਰੂ ਕਹਿ ਲਗੇ ਪ੍ਰਮਾਤਮਾ ਉਹਨਾਂ ਨੂੰ ਇੱਕ ਪਾਸੇ ਵੱਖਰਾ ਕਰ ਦਿੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹ ਵੀ ਫਰਮਾਨ ਆਉਂਦਾ ਹੈ ਕਿ ਧਰਮ ਰਾਏ ਨੂੰ ਹੁਕਮ ਹੈ। ਦੇਖੋ ਇੱਥੇ ਸਤਿਗੁਰੂ ਕਹਿ ਲਗੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਕੌਣ ਵੱਖਰਾ ਕੱਢਦਾ ਹੈ? ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੋਲ ਕੇ ਕਹਿੰਦੀ ਹੈ ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਧਰਮ ਰਾਜ ਨੂੰ ਵੀ ਪ੍ਰਮਾਤਮਾ ਦਾ ਇਹ ਹੁਕਮ ਹੈ ਭਲਿਆ ਸਹੀ ਵਿਚਾਰ ਕਰੀ, ਸਹੀ ਫੈਸਲੇ ਕਰੀ। ਤੇਰੀ ਰਈਅਤ ਤੇਰੀ ਪ੍ਰਜਾ ਤੇਰੇ ਅਧੀਨ ਉਹ ਲੋਕ ਨੇ ਜਿਹੜੇ ਦੁਸ਼ਟ ਆਤਮਾ ਨੇ, ਜਿਹੜੇ ਬਾਣੀ ਪੜ੍ਹਨ ਵਾਲੇ, ਤੂੰ ਉਹਨਾਂ ਨੂੰ ਹੱਥ ਨਹੀਂ ਪਾ ਸਕਦਾ। ਉੱਥੇ ਸੱਚੇ ਹੀ ਸੱਚ ਨਿਬੜੇ। ਮੈਂ ਪਰਸੋਂ ਵੀ ਨਿਆਉ ਤੇ ਇਹ ਗੱਲ ਕਹੀ ਸੀ ਗੁਰਮੁਖੋ, ਇਹ ਤੇ ਦੁਨਿਆਵੀ ਤੌਰ ਤੇ ਰਿਸ਼ਵਤ ਚਲਾ ਸਕਦੇ ਹਾਂ। ਦੁਨਿਆਵੀ ਤੌਰ ਤੇ ਅਸੀਂ ਲੋਕਾਂ ਦੇ ਅੱਖਾਂ ਦੇ ਵਿੱਚ ਸ਼ਬਦਾਂ ਦਾ ਹੇਰ ਫੇਰ ਕਰਕੇ ਘੱਟਾ ਪਾਇਆ ਜਾ ਸਕਦਾ ਹੈ। ਅੱਜ ਟੈਕਨੋਲੋਜੀ ਬਹੁਤ ਆ ਗਈ ਹੈ, ਸਬੂਤ ਬਦਲੇ ਜਾਂਦੇ ਨੇ ਬੜੇ ਆਰਾਮ ਦੇ ਨਾਲ। ਸੋਸ਼ਲ ਮੀਡੀਆ ਦੇ ਰਾਹੀਂ ਕਈ ਕੁਛ ਹੋ ਜਾਂਦਾ ਹੈ। ਅੱਜ ਟੈਕਨੋਲੋਜੀ ਦੇ ਨਾਲ ਬਹੁਤ ਕੁਛ ਹੋ ਜਾਂਦਾ ਹੈ, ਪਰ ਪ੍ਰਮਾਤਮਾ ਦੀ ਕਚਹਿਰੀ 'ਚ ਇਹ ਸਾਡੀਆਂ ਸਿਆਣਪਾਂ ਟੈਕਨੋਲੋਜੀਆਂ ਨਹੀਂ ਚੱਲਣੀਆਂ। ਕਹਿ ਲਗੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਜਿਹੜੇ ਇਹ ਪਾਪੀ ਲੋਕ ਨੇ, ਕੁਕਰਮੀ ਨੇ, ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਜਾਏਗਾ। ਕਹਿ ਲਗੇ ਥਾਉ ਨਾ ਪਾਇਨ ਕੂੜਿਆਰ। ਥਾਉ ਦਾ ਅਰਥ ਕਰਾਂਗੇ ਟਿਕਾਣਾ। ਹੁਣ ਗਏ ਤੇ ਉਹ ਵੀ ਧਰਮ ਰਾਜ ਦੀ ਕਚਹਿਰੀ ਦੇ ਵਿੱਚ, ਉਹਨਾਂ ਨੂੰ ਕਿਤੇ ਉੱਥੇ ਬਹਿਣ ਨੂੰ ਜਗ੍ਹਾ ਨਹੀਂ ਮਿਲੀ। ਉਹਨਾਂ ਦੇ ਕੋਈ ਆਓ ਭਗਤ ਨਹੀਂ ਕੀਤੀ ਗਈ, ਸਵਾਗਤ ਨਹੀਂ ਕੀਤਾ ਗਿਆ। ਉਹਨਾਂ ਨੂੰ ਕਚਹਿਰੀ ਦੇ ਵਿੱਚੋਂ ਜਿਹੜਾ ਸੀ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਕਹਿ ਲਗੇ ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ। ਉਹ ਸਜ਼ਾ ਸੁਣਾ ਦਿੱਤੀ ਗਈ, ਇਹਨੂੰ ਨਰਕਾਂ ਦੇ ਵਿੱਚ ਸੁੱਟ ਦੇ। ਦੋਜਕ ਕਹਿੰਦੇ ਨੇ ਨਰਕ ਨੂੰ। ਤੇ ਸਤਿਗੁਰੂ ਕਹਿੰਦੇ ਇੱਦਾਂ ਇਨਸਾਫ ਹੋ ਕੇ ਸਿੱਧਾ ਨਹੀਂ ਸੁੱਟ ਦਿੱਤਾ। ਜਿਸ ਵੇਲੇ ਰੱਬ ਨਿਆਂ ਕਰਦਾ ਫਿਰ ਉਹਦਾ ਮੂੰਹ ਕਾਲਾ ਕਰਕੇ, ਕਾਲਖ ਮਲ ਕੇ, ਕਰਤੂਤਾਂ ਸਾਰੇ ਸਾਹਮਣੇ ਨਸ਼ਰ ਕਰਕੇ ਉਹਨੂੰ ਨਰਕਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ। ਮੈਂ ਇੱਥੇ ਉਦਾਹਰਨ ਦੇ ਦਿੰਦਾ। ਇੱਕ ਮਨੁੱਖ ਬੜਾ VIP ਪਰਸਨੈਲਿਟੀ ਹੋਵੇ, ਬੜਾ ਨਾਮ ਕਮਾਇਆ ਹੋਵੇ, ਉਹ ਕਿਤੇ ਕਚਹਿਰੀ ਦੇ ਚੱਕਰ 'ਚ ਪੈ ਜਾਏ, ਕਿਤੇ ਕੋਰਟ ਕੇਸ ਦੇ ਚੱਕਰ 'ਚ ਪੈ ਜਾਏ ਨਾ, ਤੇ ਸੋਸ਼ਲ ਮੀਡੀਆ ਜਾਂ ਮੀਡੀਆ ਵਾਲੇ ਉਹਨੂੰ ਬੜਾ ਹਾਈਲਾਈਟ ਕਰਨਗੇ, ਬੜੇ ਚੁੱਕ ਕੇ ਤੁਰੇ ਫਿਰਨਗੇ, ਇਹਦੀ ਤਰੀਕ ਹੈ, ਅੱਜ ਆਹ ਕੁਛ ਹੋ ਰਿਹਾ ਹੈ। ਜਿਸ ਵੇਲੇ ਜੱਜ ਉਹਦੇ ਖਿਲਾਫ ਫੈਸਲਾ ਸੁਣਾ ਦਿੰਦਾ ਹੈ, ਅਪਰਾਧੀ ਉਹਨੂੰ ਮੁਕਰਰ ਕਰ ਦਿੱਤਾ ਜਾਂਦਾ, ਇਹ ਮਨੁੱਖ ਨੇ ਅਪਰਾਧ ਕੀਤਾ ਹੈ। ਉਹ ਜਦੋਂ ਫਿਰ ਕਚਹਿਰੀ 'ਚੋਂ ਨਿਕਲਦਾ, ਉਹਦਾ ਮੂੰਹ ਠਾਂ ਹੈ। ਲੋਕ ਉਹਨੂੰ ਮੂੰਹ ਦੇ ਉੱਤੇ ਮਾੜੀ ਸ਼ਬਦਾਵਲੀ ਬੋਲਦੇ ਨੇ, ਮੀਡੀਆ ਦੇ ਵਿੱਚ ਮੂੰਹ ਆ ਜਾਂਦਾ ਸਾਰਿਆਂ ਦੇ ਸਾਹਮਣੇ। ਮੂੰਹ ਤੇ ਕਾਲਖ ਹੀ ਹੈ, ਇੱਕ ਹਿਸਾਬ ਨਾਲ ਕਾਲਖ ਮਲੀ ਗਈ, ਸਾਰਿਆਂ ਦੇ ਵਿੱਚ ਬੇਇੱਜ਼ਤ ਹੋ ਗਿਆ। ਜਿਹੜਾ ਕੁਝ ਸਮਾਂ ਪਹਿਲਾਂ ਇੱਜ਼ਤ ਕਮਾਉਂਦਾ ਸੀ, ਜਦੋਂ ਉਹਦਾ ਅਪਰਾਧ ਸਾਹਮਣੇ ਹੋ ਗਿਆ, ਹੁਣ ਉਹਦੇ ਕੋਲ ਨੀਵੀਂ ਪਾ ਕੇ ਜਿਹੜਾ ਤੋਰਿਆ ਜਾ ਰਿਹਾ, ਧੌਣ ਚੁੱਕ ਕੇ ਤੁਰਿਆ ਨਹੀਂ ਜਾ ਰਿਹਾ, ਕਿਉਂਕਿ ਉਹਦਾ ਲੋਕਾਂ ਨੇ ਮੂੰਹ ਕਾਲਾ ਕਰ ਦਿੱਤਾ। ਭਾਵ ਅਰਥ ਇਹ ਕਰਾਂਗੇ ਕਿ ਉਹ ਹੁਣ ਆਪਣੀ ਇੱਜ਼ਤ ਗਵਾ ਚੁੱਕਾ ਹੈ ਤੇ ਧੌਣ ਨੀਵੀਂ ਸੁੱਟ ਕੇ ਤੁਰਦਾ ਪਿਆ ਹੈ। ਸਤਿਗੁਰੂ ਕਹਿ ਲਗੇ ਧਰਮ ਰਾਜ ਦੀ ਕਚਹਿਰੀ 'ਚ ਵੀ ਤੈਨੂੰ ਇੱਦਾਂ ਕਰਨਾ ਪਵੇਗਾ। ਉੱਥੇ ਥਾਉ ਨਾ ਪਾਇਨ ਕੂੜਿਆਰ, ਝੂਠੇ ਮਨੁੱਖ ਜਿਹੜੇ ਨੇ, ਪਾਪੀ ਅਪਰਾਧੀ, ਉਹਨਾਂ ਨੂੰ ਉੱਥੇ ਟਿਕਾਣਾ ਨਹੀਂ ਮਿਲੇਗਾ। ਮੋਹ ਕਾਲਾ ਦੋਜਕ ਚਾਲਿਆ, ਮੂੰਹ ਕਾਲਾ ਕਰਕੇ ਉਹਨਾਂ ਨਰਕਾਂ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਤੇ ਜਿਹੜੇ ਕਹਿ ਲਗੇ ਤੇਰੇ ਨਾਏ ਰੱਤੇ ਸੇ ਜਿਣ ਗਏ। ਜਿਣ ਦਾ ਅਰਥ ਹੈ ਜਿੱਤ। ਕਹਿ ਲਗੇ ਪਾਤਸ਼ਾਹ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਜਿਨ੍ਹਾਂ ਨੇ ਸਿਮਰਨ ਕੀਤਾ, ਬੰਦਗੀ ਕੀਤੀ, ਪਾਪ ਛੱਡ ਕੇ ਪੁੰਨਾਂ ਵਾਲੇ ਰਸਤੇ ਦੇ ਉੱਤੇ ਤੁਰੇ, ਅਪਰਾਧ ਛੱਡ ਕੇ ਗੁਰੂ ਦੇ ਨਾਲ ਜੁੜੇ, ਕਹਿਣ ਲੱਗੇ ਉਹ ਮਨੁੱਖਾ ਬਾਜੀ ਨੂੰ ਜਿੱਤ ਕੇ ਚਲੇ ਗਏ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਕਹਿਣ ਲੱਗੇ ਜਿਨ੍ਹਾਂ ਨੂੰ ਮਾਇਆ ਨੇ ਠੱਗ ਲਿਆ, ਜਿਹੜੇ ਦੁਨੀਆ ਦੇ ਵਿੱਚ ਕੁਕਰਮ ਕਰਦੇ ਰਹੇ, ਅਪਰਾਧ ਕਰਦੇ ਰਹੇ। ਸਤਿਗੁਰੂ ਕਹਿ ਲਗੇ ਉਹ ਮਨੁੱਖਾਂ ਜਨਮ ਦੀ ਬਾਜੀ ਨੂੰ ਹਾਰ ਕੇ ਇੱਥੋਂ ਨੀਵੀਂ ਪਾ ਕੇ ਤੇ ਤੁਰ ਪਏ। ਇੱਕ ਗੁਰੂ ਸਾਹਿਬ ਦਾ ਅੰਮ੍ਰਿਤ ਬੋਲ ਹੈ, ਗੁਰੂ ਅਰਜਨ ਸਾਹਿਬ ਦਾ, ਮੈਂ ਸਾਂਝਾ ਕਰ ਦੇਣਾ। ਇਹ ਤੇਰੇ ਨਾਏ ਰੱਤੇ ਕੀ ਹੈ? ਜਿਹੜਾ ਮਨੁੱਖ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਜਿਵੇਂ ਛਿੰਝ ਪੈਂਦੀ ਹੈ ਨਾ, ਛਿੰਝ ਦੇ ਵਿੱਚ ਪਹਿਲਵਾਨ ਆਉਂਦਾ ਹੈ। ਪਹਿਲਵਾਨ ਆਉਣ ਤੋਂ ਪਹਿਲਾਂ ਢੋਲ ਵੱਜਦੇ ਨੇ, ਲੋਕਾਂ ਦਾ ਇਕੱਠ ਹੋ ਜਾਂਦਾ ਹੈ। ਪਹਿਲਵਾਨ ਮੈਦਾਨ ਦੇ ਵਿੱਚ ਆਇਆ, ਉਹਦੇ ਸਿਰ ਤੇ ਇੱਕ ਪਰਨਾ ਤੁਰਲਾ ਕੱਢ ਕੇ ਬੰਨਿਆ ਜਾਂਦਾ ਹੈ। ਬਾਣੀ ਨੇ ਉਹਨੂੰ ਦੁਮਾਲਾ ਕਿਹਾ ਹੈ।
ਉਹ ਦੁਮਾਲਾ ਸਿਰ ਤੇ ਬੰਨਿਆ ਜਾਂਦਾ, ਇੱਕ ਕੱਪੜਾ ਹੱਥ ਦੇ ਵਿੱਚ ਫੜ ਕੇ ਇਸ ਚਾਰੇ ਪਾਸੇ ਘੁਮਾਉਂਦਾ ਵੰਗਾਰਦਾ ਏ, ਆਵੇ ਕੋਈ ਪਹਿਲਵਾਨ ਜਿਹੜਾ ਮੈਨੂੰ ਜਿਹੜਾ ਏ ਉਹ ਜਿੱਤ ਸਕਦਾ ਹੋਵੇ, ਜਿਹੜਾ ਮੇਰੇ ਨਾਲ ਘੋਲਣਾ ਚਾਹੁੰਦਾ ਹੋਵੇ। ਸਤਿਗੁਰੂ ਕਹਿਣ ਲੱਗੇ ਢੋਲ ਵੱਜਿਆ, ਦੂਸਰਾ ਪਹਿਲਵਾਨ ਆਇਆ, ਕੁਸ਼ਤੀ ਸ਼ੁਰੂ ਹੋ गई। ਲੋਕਾਂ ਦਾ ਇਕੱਠ ਹੋਇਆ, ਆਣ ਕੇ ਕੁਸ਼ਤੀ ਵੇਖਣ ਲੱਗ ਪਏ। ਕਹਿਣ ਲੱਗੇ ਗੁਰੂ ਸਾਹਿਬ ਕਹਿੰਦੇ ਮੈਂ ਬੜਾ ਕਮਜ਼ੋਰ ਜਿਹਾ ਪਹਿਲਵਾਨ ਸਾਂ, ਮੇਰੇ ਪੱਲੇ ਕੁਛ ਨਹੀਂ ਸੀ। ਜਿਹੜਾ ਅੱਗੇ ਮੈਨੂੰ ਜਿੱਤਣ ਵਾਲਾ ਵੰਗਾਰਦਾ ਪਿਆ ਸੀ ਉਹ ਮਹਾਬਲੀ ਸੀ। ਬਾਣੀ ਨੇ ਵਿਕਾਰਾਂ ਨੂੰ ਮਹਾਬਲੀ ਕਿਹਾ, ਪੰਜੇ ਬੱਦੇ ਮਹਾਬਲੀ। ਜਿੱਤਣ ਵਾਲਾ ਬੜਾ ਪਹਿਲਵਾਨ ਤਗੜੇ ਸਨ, ਅੱਗੇ ਮੈਂ 5 ਸਨ, मैं कला सा, पर गुरु ने मोढे उत्ते इहो जी थापी दी, इहो जी बख्शिश की, मैं 5 नूं दल के ते जित दा जिहड़ा सी वो दमाला वजा के जित दे जिहड़े ने वो नगारे वजा के ते वो मैदान दे विचों बाहर आ गया। जिहड़ा हार गया सतगुरु कह लगे उन्हें अपना मूल भी गवा लिया, इज्जत भी गवाउंदा रहा, जो पल्ले सी वो भी उहदे पल्ले कख ना पिया। वो असीं सतगुरां दा बचन पढ़दे हां गुसाई दा पहलवानड़ा। सतगुरु कह लगे गुसाई दा मालक, मैं मालक दा छोटा जिहा पहलवान है, बहुत सधारण जिहा। हाँ गुसाई दा पहलवानड़ा मैं गुर मिल उच दमालड़ा, सब होई सिंज इकट्ठिया, दयो बैठा वेखै आप जियो। कहते सिंज इकट्ठी हो गई, छिंज पैन लग पई, लोग इकट्ठे हो गए, आण के परमात्मा विच बैठा वेंदा पिया है। हुण मेरा जिहड़ा ये शेर है ये किवें छिंज दे विच लड़दा है। सतगुरु कह लगे वात वजन टमक भेरियां, वाजे वजदे ने, तूतियां वजदियां, छोटे नगारे शहनाइयां वजदियां ने। वात वजन टमक भेरियां, मल लत्थे लैंदे फेरियां। पहलवान जिहड़े ने वो वंगारदे पए ने। कह लगे निहते 5 जवान मैं, कह लगे जो 5 जवान आण के मैनू वंगारदे सन, मैनू गुरु ने थापी दी, गुर थापी दी, कंड जियो गुरु ने थापी दी। मैं जाके उन्होंने जिहड़ा ढा के मैदान जित के बाहर आ गया। कह लगे सब इकट्ठे होए आया। कह लगे जो मैं मनुखा जन्म की बाजी जिती, पहलवाना नू जित्या, सारे भैन भरा रौनक मेला इकट्ठा हो गया, सब इकट्ठे होया कर जासन वाट वटाया। कोई मनुखा जन्म इस्त्री जामे च आया, कोई पुरुष जामे दे विच आया, सब इकट्ठे होए आया कर जासन वाट वटाया। जो गुरु ने थापी दी, कह लगे गुरमुख लाहा लै गए, जिहड़ा मन मर्जी करदा गया, मन मुख चले मूल गवाए जियो। इत्थे सतगुरु कह लगे तेरे नाए रते से जिन गए हार गए से डगन वाले आ। जिहड़ा परमात्मा दे नाम दे विच रंगिया गया वो मनुखा जन्म की बाजी नूं जित गया। धर्मराज भी उहदा राह छड़ गया। धर्मराज दर कागद फारे जन नानक लेखा समझा। धर्मराज ने राह छड़ दिता। सतगुरु कह लगे हार गए से ठगण वालिया। जिहड़ा मनुख इत्थे चलाकियां करदा रहा, झूठ दगा करदा रहा, वो परमात्मा की दरगाह दे विच अपराधी साबित हो गया। मनुखा जन्म नूं हार के माया दे वल्लों ठगिया होया मनुख परमात्मा की दरगाह दे विच हार के चला गया। अखीर ते सतगुरु कह लगे लिख नावै धर्म बहालिया। परमात्मा ने तेरे कर्मां दा लेखा जोखा करने वास्ते ये गल याद रखी। गुरु नानक साहब कह लगे धर्मराज नूं मुकर्रर कीता है। ये 2 बारी शब्द आ चुका है जी, इस करके मेरे ख्याल च ये सानूं प्रवान कर लेना चाहिए। आरंभ च भी आया लिख नावै धर्म बहालिया, अखीर ते भी आया लिख नावै धर्म बहालिया। इहदा भाव सतगुरु कह लगे तेरे चंगे माड़े कर्मां दा लेखा जोखा करने वास्ते परमात्मा ने धर्मराज नूं मुकर्रर कीता होया है। वेखी जीवन दे विच इहो जिहा काम ना कर दवीं कि जिहड़ा तैनूं मनुखा जन्म की बाजी हार के जाना पवे, तैनूं उहदी दरगाह दे विच लेखा जोखा देना पैना। सो इस पावन पौड़ी दी विचार 3 श्लोक इहदे नाल आए सन। 3 श्लोकां दे ते पौड़ी दा समुच्चा तत्त भाव ये निकलदा है कि परमात्मा ने इस संसार नूं पैदा करके जीवां नूं पैदा कीता है। जीव कर्म करन दे विच सुतंत्र ने, पर जिस वेले ये शुभ कर्म करदा है रब दी कचहरी दे विच मान दे नाल हाज़र हुंदा है। जिहड़ा मनुख अपराधी है गुनाह करदा है उन्होंने फिर धर्मराज के हवाले करके नरकों के विच सुट दिता जाता है। सो इन्नियां बेनतियां प्रवान होइयां भुलां गलतियां की खिमा। आओ पावन पंक्तियां का जाप सरवण करके समाप्ति करिए। तेरे नाए रते से जिन गए हार गए से ठगन वाले आ। लिख नावै धर्म बहालिया। वाहिगुरु जी का खालसा वाहिगुरु जी की फतेह।